ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ 'ਚ ਬੜੀ ਹੈਰਾਨੀਜਨਕ ਖਬਰ ਆ ਰਹੀ ਹੈਗੀ ਆ। ਇਸ ਖਬਰ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਜੋ ਕਹਿੰਦੇ ਪਈ ਜੀ। ਬੱਕਰੀਆਂ ਨੂੰ ਚਾਰਨ ਵਾਲੇ ਜੋ ਲੋਕ ਹੈਗੇ ਆ, ਉਹਨਾਂ ਦੀ ਤਨਖਾਹ ਜੋ ਆ ਉਹ ਵਧਾ ਕੇ $14,000 ਤੱਕ ਕਰ ਦਿੱਤੀ ਜਾਊ। ਸੋ ਇਹ ਇੱਕ ਬਹੁਤ ਵੱਡਾ ਅਮਾਊਂਟ ਆ ਤੇ ਜੇ ਦੱਸਦੇ ਜਾਈਏ ਇਸ ਟਾਈਮ ਦੇ ਵਿੱਚ ਜੋ ਬੱਕਰੀਆਂ ਚਾਰਨ ਵਾਲੇ ਆ, ਉਹਨਾਂ ਦੀ ਤਨਖਾਹ $3,500 ਦੇ ਕਰੀਬ ਹੈਗੀ ਆ। ਸੋ ਵਧਾ ਕੇ $14,000 ਦੇ ਕਰੀਬ ਇਹ ਤਨਖਾਹ ਕਰ ਦਿੱਤੀ ਜਾਊਗੀ। ਮੋਸਟਲੀ ਜੋ ਇਹ ਚਾਰਵਾਹੇ ਆ, ਇਹ ਪੇਰੂ ਤੋਂ ਆਉਂਦੇ ਹੈਗੇ ਆ ਇੱਥੇ, ਤੇ ਉਹ 400 ਦੇ ਕਰੀਬ ਬੱਕਰੀਆਂ ਉਹਨਾਂ ਦੇ ਕੋਲ ਹੁੰਦੀਆਂ। ਉਹ ਚਾਰਦੇ ਆ ਕਿਉਂਕਿ ਵਾਈਲਡ ਫਾਇਰ ਬਹੁਤ ਹੁੰਦੀ ਆ ਅੱਜ ਕੱਲ੍ਹ। ਸੋ ਇਹ ਵਾਈਲਡ ਫਾਇਰ ਨੂੰ ਰੋਕਣ ਦੇ ਲਈ ਜੋ ਚਾਰਵਾਹੇ ਵਰਤੀ ਜਾਂਦੇ ਹੈਗੇ ਆ। ਤੇ ਜੋ ਇਹ ਨਵਾਂ ਲਾਅ ਆ 1 ਜਨਵਰੀ ਤੋਂ ਲਾਗੂ ਹੋ ਜਾਣਾ ਆ। ਤੇ ਇਸ ਕਰਕੇ ਜੋ ਜਿਨ੍ਹਾਂ ਲੋਕਾਂ ਦੇ ਕੋਲ ਬੱਕਰੀਆਂ ਆ, ਜੋ ਕੰਟਰੈਕਟ ਕਰਦੇ ਹੈਗੇ ਵੱਖ-ਵੱਖ ਕੰਪਨੀਆਂ ਦੇ ਨਾਲ, ਵੱਖ-ਵੱਖ ਪਹਾੜੀਆਂ ਤੋਂ ਜੋ ਘਾਹ ਚਰਨ ਦੇ ਲਈ, ਤਾਂ ਕਿ ਅੱਗ ਨਾ ਲੱਗੇ, ਉਹ ਕਹਿੰਦੇ ਵੀ ਅਸੀਂ ਸਰਵਾਈਵ ਨਹੀਂ ਕਰ ਸਕਦੇ। ਬਿਲਕੁਲ, ਇਹ ਨਵੇਂ ਓਵਰਟਾਈਮ ਦੇ ਰੂਲ ਨੇ ਜਿਹਦੇ ਕਰਕੇ ਜਿਹੜੇ ਇਹ ਗੋਟ ਹਰਡਸ ਵਾਲੇ ਆ ਉਹਨਾਂ ਦੀ ਪੇ ਜਿਹੜੀ 14,000 ਪ੍ਰਤੀ ਮਹੀਨਾ ਤੱਕ ਹੋ ਸਕਦੀ ਆ। ਪਰ ਕੰਪਨੀਆਂ ਨੇ ਪਹਿਲਾਂ ਹੀ ਜਿਹੜੇ ਆਪਣੇ ਹੱਥ ਖੜੇ ਕਰ ਦਿੱਤੇ। ਉਹ ਕੰਪਨੀ ਨੇ ਕਿਹਾ ਵੀ ਇਹ ਅਫੋਰਡ ਨਹੀਂ ਕਰ ਸਕਦੇ। ਸੋ ਇਹਨਾਂ ਨੂੰ ਫਾਇਰ ਫਾਈਟਿੰਗ ਗੋਟਸ ਕਰਕੇ ਵੀ ਪੁਕਾਰਿਆ ਜਾਂਦਾ ਆ। ਕਹਿੰਦੇ ਵੀ ਇਹਨਾਂ ਨੂੰ ਫਰਲੋ ਕੀਤਾ ਜਾ ਸਕਦਾ ਆ। ਇਹ ਜਿਹੜੇ ਕੈਲੀਫੋਰਨੀਆ ਦੇ ਨਵੇਂ ਇੰਪਲੋਇਮੈਂਟ ਦੇ ਕਾਨੂੰਨ ਆ ਉਸ ਦੇ ਮੁਤਾਬਕ ਸੈਂਕੜੇ ਹੀ ਜਿਹੜੀਆਂ ਇਹ ਬੱਕਰੀਆਂ ਆ, ਇਹ ਜਿਹੜਾ ਯੈਲੋ ਗ੍ਰਾਸ ਹੁੰਦਾ ਆ, ਉਹਦੇ ਲੰਬੇ ਲੰਬੇ ਜਿਹੜੇ ਪੱਤੇ ਆ, ਉਹ ਹਿਲ ਸਾਈਡਸ ਤੋਂ ਯੂਜਲੀ ਚਰਦੀਆਂ ਨੇ, ਖਾਂਦੀਆਂ ਨੇ, ਤਾਂ ਜੋ ਅੱਗ ਨੂੰ ਬੇਸਿਕਲੀ ਜਿਹੜਾ ਉਹ ਲੱਗਣ ਤੋਂ ਵਧਣ ਤੋਂ ਜਿਹੜਾ ਉਹ ਪਹਿਲਾਂ ਹੀ ਰੋਕਿਆ ਜਾਵੇ। ਵੈਜੀਟੇਸ਼ਨ ਉਸ ਨੂੰ ਕਲੀਅਰ ਕੀਤਾ ਜਾਂਦਾ ਆ। ਸੋ ਇਹ ਫਾਇਰ ਫਾਈਟਿੰਗ ਗੋਟਸ ਇਸੇ ਲਈ ਇਹਨਾਂ ਦਾ ਨਾਮ ਬਣਿਆ ਪਿਆ ਹੈਗਾ ਆ। ਸੋ ਫਿਊਲ ਦੇ ਸੋਰਸ ਉਹਨਾਂ ਦੇ ਲਈ ਵਧੀਆ ਆ। ਤੇ ਜੇ ਕਹਿੰਦੇ ਵੀ ਅਨਟੇਮਡ ਹੁੰਦੀ ਆ ਤੇ ਵੈਜੀਟੇਸ਼ਨ ਗਰੋ ਬਹੁਤ ਜ਼ਿਆਦਾ ਹੋ ਜਾਂਦੀ ਆ। ਤੇ ਸਮਰਸ ਦੇ ਵਿੱਚ ਡਰਾਈ ਇਦਾਂ ਹੁੰਦੀ ਆ ਵੀ ਮਾੜਾ ਜਿਹਾ ਵੀ ਇੱਕ ਚੰਗਿਆੜਾ ਇਸ ਨੂੰ ਪੂਰੀ ਤਰ੍ਹਾਂ ਅੱਗ ਦੇ ਵਿੱਚ, ਵਾਈਲਡ ਫਾਇਰ ਦੇ ਵਿੱਚ ਤਬਦੀਲ ਕਰ ਸਕਦਾ ਆ। ਟਾਰਗੇਟਡ ਗ੍ਰੇਜ਼ਿੰਗ ਇੱਕ ਕੈਲੀਫੋਰਨੀਆ ਦੀ ਸਟ੍ਰੈਟਜੀ ਰਹੀ ਆ। ਵਾਈਲਡ ਫਾਇਰ ਜਿਹੜੀ ਖਤਰਾ ਹੁੰਦਾ ਆ ਉਸ ਨੂੰ ਰੋਕਣ ਦੇ ਲਈ ਕਈ ਤਰੀਕੇ ਦੀ ਇਹ ਵੈਜੀਟੇਸ਼ਨ ਖਾਂਦੇ ਆ, ਕਿਉਂਕਿ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਚਰਦੀਆਂ ਜਿੱਥੇ ਪਹੁੰਚਣਾ ਮੁਸ਼ਕਿਲ ਆ, ਜਾਂ ਜਿੱਥੇ ਜਿਹੜੇ ਕੈਮੀਕਲਸ, ਵੀਡ ਵੈਕਿੰਗ ਮਸ਼ੀਨ ਜਾਂ ਹਰਬੀਸਾਈਡ ਉਹ ਪਹੁੰਚਾਉਣੇ ਵੀ ਔਖੇ ਆ। ਤੇ ਜੇ ਹੁੰਦੇ ਆ ਤਾਂ ਫਿਰ ਉਹਦੇ ਕਰਕੇ ਪੋਲਿਊਸ਼ਨ ਵੀ ਜਿਹੜਾ ਉਹ ਹੋ ਜਾਊਗਾ। ਸੋ ਨਿਊ ਸਟੇਟ ਲੇਬਰ ਰੈਗੂਲੇਸ਼ਨ ਇਸ ਕੰਮ ਨੂੰ ਬਹੁਤ ਜ਼ਿਆਦਾ ਐਕਸਪੈਂਸਿਵ ਕਰ ਦਊਗਾ। ਸੋ ਬੇਸਿਕਲੀ ਆਊਟ ਆਫ ਬਿਜ਼ਨਸ ਇਹਨਾਂ ਕੰਪਨੀਆਂ ਨੇ ਕਰ ਦੇਣਾ ਆ। ਹੁਣ ਵੇਖਣ ਨੂੰ ਤਾਂ, ਸੁਣਨ ਨੂੰ ਤਾਂ ਬਹੁਤ ਸੋਹਣਾ ਲੱਗਦਾ ਵੀ 3730 ਤੋਂ ਵੱਧ ਕੇ ਤਨਖਾਹ 14,000 ਹੋ ਜਾਣੀ ਆ, ਪਰ ਡਾਲਰ ਦੇਣੇ ਨਹੀਂ ਆ ਨਾ ਕਿਸੇ ਨੇ ਵੀ। ਸੋ ਜਿਹੜੀਆਂ ਕੰਪਨੀਆਂ ਕਹਿੰਦੀਆਂ ਵੀ ਸਾਡੇ ਕੋਲ 400 ਬੱਕਰੀਆਂ ਦਾ ਇੱਕ ਹਰਡ ਹੁੰਦਾ ਆ, ਤੇ ਇਹ ਨਵੇਂ ਕਾਨੂੰਨ ਦੇ ਤਹਿਤ ਇਹਨਾਂ ਦੀ ਲੱਗਦਾ ਆ ਵੀ ਪੱਕੀ ਛੁੱਟੀ ਹੋ ਸਕਦੀ ਆ। ਸੋ ਬਹੁਤ ਸਾਰੇ ਜੋ ਇਹ ਚਰਵਾਹੇ ਆ, ਇਹਨਾਂ ਨੂੰ ਪੇਰੂ ਤੋਂ ਜੋ ਇੱਕ ਵੀਜ਼ਾ, ਸਪੈਸ਼ਲ ਵੀਜ਼ਾ ਫਾਰਮਰਸ ਦੇ ਲਈ, ਉਹਦੇ ਅੰਡਰ ਲਿਆਂਦਾ ਜਾਂਦਾ ਆ। ਸੋ ਇਹ ਤਨਖਾਹ ਵਧਾਉਣ ਦਾ ਕਾਰਨ ਇਹ ਹੋਇਆ ਵੀ ਉਹਨਾਂ ਦੀਆਂ ਜਿਹੜੀਆਂ ਲਿਵਿੰਗ ਕੰਡੀਸ਼ਨਸ ਆ, ਕਹਿੰਦੇ ਵੀ ਉਹ ਸਹੀ ਨਹੀਂ ਹੈਗੀਆਂ। ਮਿਨੀਮਮ ਵੇਜ ਵੀ ਜੇ ਦੇਖਿਆ ਜਾਵੇ, ਕਹਿੰਦੇ ਵੀ ਉਹ 24 ਘੰਟੇ ਹੀ ਲਗਭਗ ਕੰਮ ਕਰਨ ਵਾਲਾ ਉਹਨਾਂ ਦਾ ਹੁੰਦਾ ਹੈ ਮਾਹੌਲ। ਤੁਸੀਂ ਦੇਖੋਗੇ ਜੇ ਹਾਈਵੇ 101 ਦੇ ਉੱਤੇ, ਜਾਂ ਹਾਈਵੇ ਕਈ ਵਾਰੀ ਹੋਰ 5 ਦੇ ਉੱਤੇ ਵੀ ਜਾਓ, ਵੱਡਾ 400 ਜੋ ਬੱਕਰੀਆਂ ਹੈ ਉਹਨਾਂ ਦਾ ਝੁੰਡ ਹੁੰਦਾ ਆ। ਤੇ ਉਹਨਾਂ ਜਿੱਥੇ ਚਰਦੀਆਂ ਆ, ਤੇ ਜੋ ਚਰਾਉਣ ਵਾਲਾ ਵੀ ਹੁੰਦਾ, ਚਰਵਾਹਾ ਹੁੰਦਾ ਆ, ਤੇ ਉਹ ਆਲਰੇਡੀ ਉਹ ਮੋਬਲ ਹੋਮ ਵੀ ਉਹਦਾ ਉੱਥੇ ਹੀ ਪਾਰਕ ਕੀਤਾ ਹੁੰਦਾ, ਉੱਥੇ ਹੀ ਰਹਿੰਦੇ ਆ। ਸੋ ਇਸ ਕਰਕੇ ਕਹਿੰਦੇ ਵੀ ਪਹਿਲਾਂ ਇਹਨਾਂ ਦੀ ਤਨਖਾਹ $1,955 ਹੁੰਦੀ ਸੀ, ਫਿਰ 2019 ਚ ਵਧਾ ਕੇ 3730 ਕਰ ਦਿੱਤੀ ਗਈ। ਤੇ ਹੁਣ ਇਹ ਕਹਿੰਦੇ ਵੀ ਹੋਰ ਵੀ ਜੋ ਆ ਵਧਾਈ ਜਾਵੇ। ਜਨਵਰੀ ਦੇ ਵਿੱਚ ਲੇਬਰ ਕਾਸਟ ਕਹਿੰਦੇ ਆ ਵੀ ਹੋਰ ਮਹਿੰਗੀਆਂ ਹੋਣ ਜਾ ਰਹੀਆਂ, ਜਿਹਦੇ ਕਰਕੇ ਇਹ ਬੇਸਿਕਲੀ 14,000 ਪ੍ਰਤੀ ਮਹੀਨੇ ਤੱਕ ਪਹੁੰਚ ਸਕਦੇ ਆ, ਕਿਉਂਕਿ ਓਵਰ ਟਾਈਮ ਦੇ ਜਿਹੜੇ ਪ੍ਰਾਈਸਿਸ ਆ ਉਹ ਵਧਣ ਜਾ ਰਹੇ ਹੈਗੇ ਆ। 1 ਜਨਵਰੀ 2024 ਤੋਂ ਇਹ ਇਫੈਕਟ ਦੇ ਵਿੱਚ ਆਊਗਾ। ਤੇ ਕਹਿੰਦੇ ਅਜੇ ਤੱਕ ਇਸ ਕਾਨੂੰਨ ਨੂੰ ਬਦਲਣ ਦੇ ਲਈ, ਖਾਸ ਕਰਕੇ ਜਿਹੜੀਆਂ ਗੋਟ ਗ੍ਰੇਜ਼ਿੰਗ ਕੰਪਨੀਜ਼ ਦੇ ਲਈ ਆ, ਉਹਨਾਂ ਦੇ ਲਈ ਕੋਈ ਵੀ ਜਿਹੜੀ ਹਿਲਜੁਲ ਆ
ਉਹ ਨਹੀਂ ਹੋ ਰਹੀ ਹੈ।